ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ। ਪੂਰੇ ਦੇਸ਼ ਭਰ ਵਿੱਚ ਹੋਲੀ ਮਨਾਈ ਜਾਂਦੀ ਹੈ। ਅੱਜ ਆਪਾਂ ਦੇਖਦੇ ਹਾਂ ਕਿ ਬਠਿੰਡਾ ਸ਼ਹਿਰ ਦੇ ਨਿਵਾਸੀ ਕਿਸ ਤਰ੍ਹਾਂ ਹੋਲੀ ਮਨਾਉਂਦੇ ਨੇ ਤੇ ਨਾਲ ਕਰਦੇ ਹਾਂ ਗੱਲਬਾਤ ਵੀ ਸਿੱਖ ਧਰਮ ਵਿੱਚ ਤੇ ਹਿੰਦੂ ਧਰਮ ਵਿੱਚ ਹੋਲੀ ਦੀ ਮਹੱਤਤਾ ਕੀ ਹੈ। ਇਹਦੇ ਬਾਰੇ ਵੀ ਜਾਣਕਾਰੀ इकट्ठी करांगे। ਇਹਦੇ ਤੇ एक विशेष रिपोर्ट। ये रॉकिया का डिजाइनर स्टूडियो है। हम यहाँ पे बहुत इंजॉय कर रहे हैं। ये मेरे हस्बैंड है। आप हैप्पी हैप्पी होली सबको, आपके न्यूज़ को भी, पूरे स्टाफ को भी। ये हमारे मेंबर है, ये यानी कि मैम है। आप बहुत सारा इंजॉय करते हैं और आप भी कीजिए हैप्पी होली। सुननी मेलने नचन वालिया बोता ना शर्माइए, पिंजा कुंड कटदी बोलती सोनी, जाकुंड कटदी बोलती सोनी, जाकुंड कटदी कानी भी तू तो मैनू लगे शौकीनड़, तू तो मैनू लगे शौकीनड़, कुंड चो अख पिछा नहीं खुल के नचना नहीं। ਹੋਲੀ ਦਾ ਤਿਉਹਾਰ ਅੱਜ ਹੋਲੀ ਆ, ਉਹਨੂੰ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ। ਇਹਦੇ ਕੀ ਕਾਰਨ ਨੇ, ਕਿਉਂ ਮਨਾਇਆ ਜਾਂਦਾ ਜੀ? ਸਾਡੇ ਦੇਸ਼ ਦੇ ਵਿੱਚ 5000 ਸਾਲ ਤੋਂ ਵੱਧ ਸਮੇਂ ਤੋਂ ਬਹੁਤ ਸਾਰੇ ਤਿਉਹਾਰ ਮਨਾਏ ਜਾ ਰਹੇ ਹਨ। ਉਹਨਾਂ ਵਿੱਚੋਂ ਦੀਵਾਲੀ, ਦੁਸ਼ਹਿਰਾ, ਵਿਸਾਖੀ ਔਰ ਹੋਲੀ ਵੀ ਉਹਨਾਂ ਤਿਉਹਾਰਾਂ ਦੀ ਲੜੀ ਵਿੱਚ ਆਉਂਦਾ ਹੈ। ਲਗਭਗ ਹਰ ਮਹੀਨੇ ਇੱਕ ਇਤਿਹਾਸਿਕ ਤਿਉਹਾਰ ਸਾਡੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਰਿਹਾ ਹੈ। ਇਸ ਦਾ ਮੁੱਢ ਸਤਯੁਗ ਦੇ ਵਿੱਚ ਸ਼ੁਰੂ ਹੋਇਆ, ਜਦ ਇਸ ਦੇਸ਼ ਦੇ ਵਿੱਚ ਹਰਨਾਕਸ਼ ਦਾ ਰਾਜ ਸੀ। ਹਰਨਾਕਸ਼ ਬਹੁਤ ਹੀ ਹੰਕਾਰੀ, ਬਹੁਤ ਹੀ ਜ਼ਾਲਮ, ਬਹੁਤ ਹੀ ਮਨੁੱਖਾਂ ਨੂੰ ਔਰ ਸਭ ਨੂੰ ਦੁੱਖ ਦੇਣ ਵਾਲਾ ਰਾਜਾ ਸੀ। ਉਸ ਨੇ ਕੋਸ਼ਿਸ਼ ਕੀਤੀ ਕਿ ਆਪਣੇ ਬੇਟੇ ਪ੍ਰਹਲਾਦ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਰਮਾਤਮਾ ਦੇ ਰਾਸਤੇ ਤੋਂ ਹਟਾ ਕੇ ਉਸ ਦੀ ਆਪਣੇ ਰਾਸਤੇ ਤੇ ਲਿਆਂਦਾ ਜਾਵੇ, ਤਾਂ ਕਿ ਉਹ ਹਰਨਾਕਸ਼ ਨੂੰ ਹੀ ਆਪਣਾ ਸਭ ਕੁਝ ਸਮਝੇ, ਆਪਣਾ ਪਰਮਾਤਮਾ ਸਮਝੇ, ਆਪਣਾ ਰੱਬ ਸਮਝੇ ਔਰ ਪਰਮਾਤਮਾ ਦੀ ਸ਼ਕਤੀ ਤੋਂ ਉਹ ਮੁਨਕਰ ਹੋ ਜਾਵੇ। ਇਸ ਦੇ ਲਈ ਉਸਨੇ ਉਹਨਾਂ ਨੂੰ ਬਹੁਤ ਸਾਰੇ ਤਸੀਹੇ ਦਿੱਤੇ। ਅਖੀਰ ਦੇ ਵਿੱਚ ਉਹਦੀ ਭੈਣ ਹੋਲਿਕਾ, ਉਹਨੇ ਕਿਹਾ ਕਿ ਭਾਈ ਸਾਹਿਬ ਤੁਸੀਂ ਇਹਨੂੰ ਨਹੀਂ ਅਗਰ ਛੁੱਟੀ ਪਾ ਸਕਦੇ, ਇਸ ਤੋਂ ਨਿਜਾਤ ਨਹੀਂ ਪਾ ਸਕੇ, ਤਾਂ ਮੈਂ ਇਸ ਬਾਲਕ ਨੂੰ ਆਪਣੀ ਗੋਦ ਵਿੱਚ ਲੈ ਕੇ ਬੈਠ ਜਾਊਂਗੀ ਔਰ ਮੇਰੇ ਪਾਸ ਪਰਮਾਤਮਾ ਦਾ ਜਾਂ ਮੇਰੇ ਪਾਸ ਐਸੀ ਸ਼ਕਤੀਆਂ ਦਾ ਇੱਕ ਕੱਪੜਾ ਦਿੱਤਾ ਹੋਇਆ ਹੈ, ਅਗਰ ਮੈਂ ਓढ़ ਲਵਾਂਗੀ, ਮੈਂ ਆਪਣੇ ਉੱਪਰ ਲੈ ਲਵਾਂਗੀ, ਤਾਂ ਮੈਨੂੰ ਅੱਗ ਕੁਛ ਨਹੀਂ ਕਰ ਸਕਦੀ ਔਰ ਇਹ ਬੱਚਾ ਜਲ ਕੇ ਭਸਮ ਹੋ ਜਾਏਗਾ। ਇਸ ਉਦੇਸ਼ ਨੂੰ ਲੈ ਕੇ ਉਸਨੇ ਬਹੁਤ ਵੱਡੀ ਇੱਕ ਫਾਇਰ ਬਣਾਈ, ਬਹੁਤ ਵੱਡੀ ਇੱਕ ਲੋਹੜੀ ਦੀ ਤਰ੍ਹਾਂ ਸਮਾਨ ਇਕੱਠਾ ਕੀਤਾ, ਕੰਬਸਟੀਬਲ ਜਿਹੜਾ ਜਲਨਸ਼ੀਲ ਸਮਾਨ ਸੀ, ਔਰ ਉਹਦੇ ਵਿੱਚ ਪ੍ਰਹਲਾਦ ਭਗਤ ਨੂੰ ਆਪਦੀ ਗੋਦੀ ਵਿੱਚ ਲੈ ਕੇ ਬੈਠ ਗਈ ਔਰ ਆਪਣੇ ਆਪ ਨੂੰ ਉਸ ਕੱਪੜੇ ਨਾਲ, ਜਿਹੜਾ ਕਿ ਉਸ ਸਮੇਂ ਦਾ ਬਹੁਤ ਵੱਡਾ ਸ਼ਾਇਦ ਆਵਿਸ਼ਕਾਰ ਹੋਵੇ ਜਾਂ ਬਹੁਤ ਵੱਡਾ ਕੁਛ ਵਿਗਿਆਨਿਕ ਚੀਜ਼ ਹੋਵੇ, ਇਸ ਨਾਲ ਉਹਨੂੰ ਫਾਇਰ ਨਹੀਂ ਲੱਗ ਸਕਦੀ ਸੀ। ਪਰ ਜਦੋਂ ਉਸ ਨੂੰ ਫਾਇਰ ਲਗਾਈ ਗਈ, ਅੱਗ ਲਗਾਈ ਗਈ, ਉਸ ਦੇ ਵਿੱਚ ਧੂਣਾ ਸੁਲਗਾਇਆ ਗਿਆ, ਬਹੁਤ ਤੇਜ਼ ਲਪਟਾਂ ਉੱਠੀਆਂ, ਸਭ ਨੂੰ ਕੁਝ ਵੀ ਦਿਸਣਾ ਬੰਦ ਹੋ ਗਿਆ। ਔਰ ਇਹ ਕੌਤਕ ਰੱਬ ਦਾ ਸਮਝੋ, ਕੌਤਕ ਪਰਮਾਤਮਾ ਦਾ ਸਮਝੋ ਕਿ ਉਹ ਜਿਹੜਾ ਕੱਪੜਾ ਹੈ ਉਹ ਪ੍ਰਹਲਾਦ ਭਗਤ ਦੇ ਉੱਤੇ ਛਾ ਗਿਆ ਔਰ ਹੋਲਿਕਾ ਉਸੇ ਵਿੱਚ ਜਲ ਕੇ ਰਾਖ ਹੋ ਗਈ। ਤੋ ਇਹ ਜਿਹੜਾ ਤਿਉਹਾਰ ਹੈ ਉਸ ਦਾ ਮੇਨ ਉਦੇਸ਼ ਇੱਕੋ ਹੀ ਹੈ ਕਿ ਜੋ ਵੀ ਮਨੁੱਖ ਕਿਸੇ ਦਾ ਬੁਰਾ ਕਰਦਾ ਹੈ, ਬੁਰੇ ਦੇ ਨਾਲ ਸਹਿਯੋਗ ਕਰਦਾ ਹੈ ਜਾਂ ਬੁਰੇ ਨੂੰ ਪ੍ਰਮੋਟ ਕਰਦਾ ਹੈ, ਉਸ ਦਾ ਅੰਤ ਵੀ ਹੋਲਿਕਾ ਦੀ ਤਰ੍ਹਾਂ ਹੀ ਹੋਵੇਗਾ ਔਰ ਉਸਨੂੰ ਵੀ ਉਹੀ ਤਕਲੀਫ ਸਹਿਣੀ ਪਵੇਗੀ ਜੋ ਹੋਲਿਕਾ ਨੂੰ ਸਹਿਣੀ ਪਈ ਔਰ ਉਸ ਨੂੰ ਆਪਣੇ ਜੀਵਨ ਤੋਂ ਹੱਥ ਧੋਣਾ ਪਵੇਗਾ। ਇਸ ਨਾਲ ਇਸ ਗੱਲ ਦਾ ਸਾਰੇ ਇਹ ਪਿਛਲੇ 5000 ਸਾਲ ਤੋਂ ਵੱਧ ਦਾ ਸਾਡੇ ਪਾਸ ਇਤਿਹਾਸ ਹੈ, ਜਿਸ ਦੇ ਵਿੱਚ ਇਸ ਗੱਲ ਦੇ ਉੱਤੇ ਬਹੁਤ ਹੀ ਦ੍ਰਿੜਤਾ ਦੇ ਨਾਲ ਲੋਕਾਂ ਵਿੱਚ ਪ੍ਰਚਾਰ ਪ੍ਰਸਾਰ ਕੀਤਾ ਗਿਆ, ਲੋਕਾਂ ਨੂੰ ਸਮਝਾਇਆ ਗਿਆ ਕਿ ਤੁਸੀਂ ਨਾ ਬੁਰਾ ਦੇਖੋ, ਨਾ ਬੁਰਾ ਸੋਚੋ, ਨਾ ਬੁਰੇ ਦਾ ਸਾਥ ਦਿਓ, ਬੁਰੇ ਦਾ ਸਾਥ ਦੇਣ ਵਾਲੇ ਦਾ ਅੰਤ ਵੀ ਬਹੁਤ ਹੀ ਬੁਰਾ ਹੋਏਗਾ, ਜਿਵੇਂ ਹਰਨਾਕਸ਼ ਦਾ, ਹੋਲਿਕਾ ਦਾ ਔਰ ਦੂਸਰਿਆਂ ਦਾ ਹੋਇਆ। ਪ੍ਰਹਲਾਦ ਭਗਤ ਨੂੰ ਤਾਂ ਫਿਰ ਵੀ ਰਾਜ ਮਿਲਿਆ, ਪ੍ਰਹਲਾਦ ਭਗਤ ਨੂੰ ਤਾਂ ਫਿਰ ਵੀ ਸੁਖ ਪ੍ਰਾਪਤੀ ਹੋਇਆ। ਇਹ ਸਾਰੀ ਇਸ ਨੂੰ ਕਰਨ ਦਾ ਮੇਨ ਉਦੇਸ਼
ਲੋਕਾਂ ਵਿੱਚ ਹੋਲਿਕਾ ਦੇ ਤਿਉਹਾਰ ਮਨਾਉਣ ਦਾ। ਔਰ ਦੂਸਰਾ ਰੰਗ ਜਿਹੜਾ ਰੰਗ ਖੇਲਣ ਦਾ ਪਰਵ ਹੈ, ਉਸ ਦਾ ਮਹੱਤਵ ਅੱਡ ਹੈ। ਉਸ ਦੇ ਵਿੱਚ ਇਹ ਹੈ ਕਿ ਮਨੁੱਖ ਨੂੰ ਸਾਲ ਦੇ ਵਿੱਚ ਘੱਟੋ ਘੱਟ ਇੱਕ ਦਿਨ ਤਾਂ ਐਸਾ ਆਉਣਾ ਚਾਹੀਦਾ ਉਸ ਦੇ ਜੀਵਨ ਜਿਸ ਉਹ ਸਾਰੀਆਂ ਬੁਰਾਈਆਂ ਨੂੰ ਭੁੱਲ ਕੇ, ਪੁਰਾਣੀਆਂ ਚੁਗਲੀਆਂ ਨੂੰ ਭੁੱਲ ਕੇ, ਲੜਾਈ ਝਗੜਿਆਂ ਨੂੰ ਭੁੱਲ ਕੇ, ਦੁਰੇਸ਼ ਨੂੰ ਭੁੱਲ ਕੇ ਮਨੁੱਖ ਦਾ ਮਨੁੱਖ ਨਾਲ ਪਿਆਰ ਹੋਵੇ, ਭੈਣ ਦਾ ਭੈਣ ਨਾਲ, ਭਰਾ ਦਾ ਭਰਾ ਨਾਲ, ਔਰ ਮਾਤਾ ਪਿਤਾ ਦੇ ਨਾਲ, ਔਰ ਆਪਣੇ ਆਸ ਪੜੋਸ ਦੇ ਸਾਰੇ ਲੋਕਾਂ ਨਾਲ ਪਿਆਰ ਦੀ ਇੱਕ ਬਹੁਤ ਵੱਡੀ ਲਹਿਰ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਲੋਕ ਰੰਗ ਐਸੇ ਕਰਕੇ ਖੇਡਦੇ ਹੈ ਕਿ ਅਗਰ ਮੈਂ ਕੋਈ ਗਲਤੀ ਕੀਤਾ, ਜੋ ਹੋਲੀ ਸੋ ਹੋਲੀ, ਜੋ ਪਹਿਲਾਂ ਆਪਾਂ ਕਰ ਲਿਆ ਉਹ ਛੱਡੋ, ਹੁਣ ਨਵੇਂ ਸਿਰੇ ਤੋਂ ਆਪਾਂ ਨਵਾਂ ਜੀਵਨ ਸ਼ੁਰੂ ਕਰਾਂਗੇ। ਕਈ ਸਾਰੇ ਜਗ੍ਹਾ 'ਤੇ ਤਾਂ ਐਸੇ ਮਜ਼ਾਕ ਇੱਕ ਦੂਜੇ ਨਾਲ ਕੀਤੇ ਜਾਂਦੇ ਹਨ ਜਿਨ੍ਹਾਂ ਬਾਰੇ ਅਸੀਂ ਸੋਚ ਵੀ ਨਹੀਂ ਸਕਦਾ, ਔਰ ਲੋਕ ਉਸ ਮਜ਼ਾਕ ਨੂੰ ਵੀ ਬਹੁਤ ਹੀ ਪ੍ਰੇਮ ਨਾਲ, ਬੇਸ਼ੱਕ ਉਹ ਕਿੰਨਾ ਵੀ ਗਲਤ ਹੋਵੇ, ਪ੍ਰੇਮ ਨਾਲ ਉਸ ਨੂੰ ਸਹਿੰਦੇ ਹੈ, ਪ੍ਰੇਮ ਨਾਲ ਉਸ ਦਾ ਰਿਸਪੌਂਡ ਕਰਦੇ ਹੈ, ਔਰ ਆਪਣੇ ਸਾਰੇ ਜਿਹੜੇ ਪੁਰਾਣੇ ਗਿਲਿਆਂ ਨੂੰ ਭੁੱਲ ਕੇ ਲੋਕਾਂ ਨੂੰ ਇਨਵਾਈਟ ਕਰਦੇ ਹੈ, ਭੋਜਨ 'ਤੇ ਇਨਵਾਈਟ ਕਰਦੇ ਹੈ, ਭਜਨ 'ਤੇ ਇਨਵਾਈਟ ਕਰਦੇ ਹੈ, ਉਹਨਾਂ ਨੂੰ ਸੱਦਾ ਦਿੰਦੇ ਹਨ ਕਿ ਆਓ ਅਸੀਂ ਸਾਰੇ ਰਲ ਕੇ ਇੱਕ ਨਵਾਂ ਜੀਵਨ ਸ਼ੁਰੂ ਕਰੀਏ। ਕਿਉਂਕਿ ਅੱਜ ਤੋਂ 15 ਦਿਨਾਂ ਬਾਅਦ ਨਵਰਾਤਰੇ ਸ਼ੁਰੂ ਹੋਣ ਜਾ ਰਹੇ ਹੈ, ਨਵਾਂ ਸੰਵਤ ਸ਼ੁਰੂ ਹੋਣ ਜਾ ਰਿਹਾ ਹੈ। तो इस संबत ਦੇ ਵਿੱਚ ਜੇ ਕੋਈ ਗਲਤੀ ਕਿਸੇ ਤੋਂ ਹੋਈ ਹੈ ਉਸ ਅਸੀਂ ਭੁੱਲ ਕੇ ਨਵਾਂ ਸੰਬਤ ਦੇ ਵਿੱਚ ਨਵਾਂ ਜੀਵਨ ਸ਼ੁਰੂ ਕਰਾਂਗੇ। ਇਹ ਸਾਰੇ ਇਸ ਦੋਨਾਂ ਤਿਉਹਾਰਾਂ ਦਾ, ਹੋਲਿਕਾ ਖੇਲਣ ਦਾ, ਹੋਲਿਕਾ ਦਹਨ ਦਾ, ਦੋਹਾਂ ਦਾ ਆਟਾ। ਇੱਕ ਰੰਗ ਨੂੰ ਲੈ ਕੇ ਬੜਾ ਜਿਹੜੇ ਸਾਇੰਟੀਫਿਕ ਤਰੀਕੇ ਨਾਲ ਕਹਿ ਰਹੇ ਡਾਕਟਰ ਵੀ, ਜਿਹੜਾ ਰੰਗ ਆ ਉਹ 'ਚ ਕੈਮੀਕਲ ਹੁੰਦੇ ਆ, ਉਹਨੂੰ ਨਹੀਂ ਵਰਤਣਾ ਚਾਹੀਦਾ। ਇਹਦੇ ਤੇ ਕੀ ਕਹਿਣਾ ਚਾਹੁੰਦੇ ਹੋ? ਜਿੱਥੋਂ ਤੱਕ ਰੰਗਾਂ ਦੇ ਵਿੱਚ ਕੈਮੀਕਲ ਹੋਣ ਦਾ ਪ੍ਰਸ਼ਨ ਹੈ, ਕੈਮੀਕਲ ਕਲਰ ਬਣਨ ਦੀ ਪ੍ਰਥਾ ਕੋਈ ਬਹੁਤ ਪੁਰਾਣੀ ਨਹੀਂ ਹੈ। ਕਿਸੇ ਵੇਲੇ ਕੈਮੀਕਲ ਕਲਰ ਤਾਂ ਮੇਰੇ ਖਿਆਲ ਹੁੰਦੇ ਵੀ ਨਹੀਂ ਸਨ। ਮੇਰੇ ਆਪਣੇ ਹੋਸ਼ ਦੇ ਮੁਤਾਬਕ 50, 60, 70 ਸਾਲ ਤੋਂ ਪਹਿਲਾਂ ਇਹ ਸ਼ਾਇਦ ਰੰਗ ਨਾ ਹੁੰਦੇ ਹੋਣ। ਇਸ ਵੇਲੇ ਤਾਂ ਜਿਹੜਾ ਰੰਗ ਖੇਲਣ ਦਾ ਮਹੱਤਵ ਦੋ ਹੀ ਚੀਜ਼ਾਂ ਦਾ ਸੀ। ਜੇ ਆਪਣੇ ਪੰਜਾਬ ਦੇ ਵਿੱਚ ਤਾਂ ਟੇਸੂ ਦਾ ਫੁੱਲ ਨਹੀਂ ਹੁੰਦਾ, ਬਾਕੀ ਸਾਰੇ ਪ੍ਰਦੇਸ਼ਾਂ 'ਚ ਟੇਸੂ ਦਾ ਫੁੱਲ ਹੁੰਦਾ ਹੈ। ਉਹ ਫੁੱਲ ਇਸ ਮਹੀਨੇ ਦੇ ਵਿੱਚ ਖਿਲਦਾ ਹੈ ਔਰ ਉਹਦੇ ਅੰਦਰੋਂ ਜੋ ਮਹਿਕ ਨਿਕਲਦੀ ਹੈ, ਜੋ ਰੰਗ ਨਿਕਲਦਾ ਹੈ, ਉਹ ਗੁਲਾਬੀ ਰੰਗ ਹੈ। ਔਰ ਉਹ ਅਗਰ ਕਿਸੇ ਦੇ ਸਰੀਰ 'ਤੇ ਪਾਇਆ ਜਾਵੇ ਤਾਂ ਉਹਨੂੰ ਕੇਵਲ ਸਿਹਤ ਹੀ ਨਹੀਂ ਮਿਲਦੀ, ਕੇਵਲ ਸਵਸਥ ਹੀ ਨਹੀਂ ਮਿਲਦਾ, ਬਲਕਿ ਉਸ ਦਾ ਜੀਵਨ ਵੀ ਬਦਲ ਜਾਂਦਾ ਹੈ, ਉਹਨੂੰ ਉਲਾਸ ਵੀ ਮਿਲਦਾ ਹੈ, ਹੈਲਥ ਵੀ ਮਿਲਦੀ ਹੈ। ਤਾਂ ਇਸ ਕਰਕੇ ਇਹ ਜਿਹੜੇ ਕੈਮੀਕਲ ਰੰਗ ਹੈ ਇਹ ਕੋਈ ਬਹੁਤ ਪੁਰਾਣਾ ਇਤਿਹਾਸ ਨਹੀਂ ਹੈ। ਸਾਡੇ ਦੇਸ਼ ਤਾਂ ਹੁੰਦਾ ਹੀ ਨਹੀਂ ਸੀ ਕੈਮੀਕਲ ਰੰਗ। ਜੇ ਅਖਬਾਰ ਉਹ ਆਪਾਂ ਦਰਿਆ ਦੇ ਵਾਸਤੇ ਸੂਤ ਰੰਗਦੇ ਸੀ ਤਾਂ ਉਹ ਵੀ ਹਰਬਲ ਰੰਗਾਂ ਨਾਲ ਰੰਗਦੇ ਸੀ। ਮਨੁੱਖ ਦੇ ਉੱਤੇ ਦਾ ਰੰਗ ਪਾਉਣ ਦਾ ਮਤਲਬ ਹੀ ਨਹੀਂ ਸੀ। ਡਾਕਟਰ ਸਾਹਿਬ, ਹੋਲੀ ਦਾ ਤਿਉਹਾਰ ਆ, ਕਿਵੇਂ ਦੇਖਦੇ ਹੋ? ਸਿੱਖ ਧਰਮ ਦਾ ਇਹਦੇ ਨਾਲ ਕੋਈ ਸੰਬੰਧ ਹੈਗਾ ਜਾਂ ਜਿਹੜੇ ਆਮ ਸਮਾਜ 'ਚ ਮਨਾਈ ਜਾਂਦੀ ਹੈ ਉਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸੀ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਕੁਲਜੀਤ ਸਿੰਘ ਸੰਧੂ, ਭਾਈ ਕਨ੍ਹਈਆ ਸੋਸਾਇਟੀ ਵੱਲੋਂ ਤੁਹਾਡਾ ਵੀਰ ਬਹੁਤ ਧੰਨਵਾਦ ਕਰਦੇ ਹਾਂ। ਰਿਸ਼ਪਾਲ ਵੀਰ ਕਲਿਆਣ, ਤੁਸੀਂ ਮੇਰੇ ਕੋਲ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੋਲੀ ਦਾ ਤਿਉਹਾਰ ਸਿੱਖਾਂ ਲਈ ਕੋਈ ਤਿਉਹਾਰ ਨਹੀਂ ਹੈ, ਕੋਈ ਮਨਾਇਆ ਨਹੀਂ ਜਾਂਦਾ ਸਿੱਖਾਂ ਤਿਉਹਾਰ। ਗੁਰੂ ਗੋਬਿੰਦ ਪਾਤਸ਼ਾਹ ਨੇ ਅਨੰਦਪੁਰ ਸਾਹਿਬ 'ਚ ਹੋਲੇ ਮਹੱਲੇ ਦਾ ਤਿਉਹਾਰ ਸ਼ੁਰੂ ਕੀਤਾ ਸੀ ਵੀ ਜਾਹੋ ਜਲਾਲ ਦਾ ਪ੍ਰਤੀਕ ਹੈ, ਸਾਡੀ ਇਹ ਸੂਰਬੀਰਤਾ ਦੀ ਨਿਸ਼ਾਨੀ ਹੈ। ਗੁਰੂ ਸਾਹਿਬ ਨੇ ਉਦੋਂ ਖੇਡਾਂ ਦੇ ਨਾਲ ਨਾਲ ਵੀ ਤੁਸੀਂ ਸਰੀਰਕ ਤੌਰ 'ਤੇ ਕਿੰਨੇ ਕੁ ਤਗੜੇ ਹੋ, ਉਸ ਤਰੀਕੇ ਨਾਲ ਉਹਨਾਂ ਨੇ ਸ਼ੁਰੂ ਕਰਾਇਆ ਸੀ ਹੋਲਾ ਮਹੱਲਾ। ਅੱਜ ਦੇ ਸਮਾਜ 'ਚ ਜਿਹੜੇ ਸਿੱਖ ਆ, ਬਾਕੀ ਧਰਮ ਹਰ ਬੰਦੇ ਨੂੰ ਆਜ਼ਾਦੀ ਆ ਜਿਹੜੇ ਮਰਜ਼ੀ ਤਰੀਕੇ ਨਾਲ ਮਨਾ ਸਕਦੇ, ਜਿਹੜੇ ਸਿੱਖ ਮਨਾਉਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ? ਸਿੱਖੀ ਸਿਧਾਂਤਾਂ ਨਾਲ ਜੁੜਨਾ ਚਾਹੀਦਾ। ਬਿਲਕੁਲ ਜੀ, ਇਹ ਤਿਉਹਾਰ ਬੜਾ ਸ਼ਾਂਤੀਪੂਰਵਕ ਹੋਣਾ ਚਾਹੀਦਾ ਹੈ। ਸਾਡੇ ਗੁਰੂ ਸਾਹਿਬ ਨੇ ਜਾਹੋ ਜਲਾਲ ਦਾ ਦੱਸਿਆ ਵੀ ਆਪਦਾ ਸਰੀਰ ਵੀ ਫਿੱਟ ਰੱਖੋ ਅਤੇ ਆਪਦਾ ਮਾਨਸਿਕ ਤੌਰ 'ਤੇ ਅਤੇ ਸਰੀਰਕ ਤੌਰ 'ਤੇ ਵੀ ਤੰਦਰੁਸਤ ਰਹੋ। ਅੱਜ ਕੱਲ੍ਹ ਹੁਣ ਜਿਹੜੇ ਬੱਚੇ ਹੁਣ ਮਨਾਈ ਜਾਂਦੇ ਨੇ, ਇੱਥੋਂ ਚੀਕਾਂ ਮਾਰੀ ਜਾਂਦੇ ਆ, ਮੋਟਰਸਾਈਕਲ ਦੀ ਠਾਠਾ ਹੋਈ ਜਾਂਦੀ ਹੈ ਜੀ। 5-4 ਬੱਚੇ ਤਾਂ ਮੇਰੇ ਕੋਲ ਹੁਣ ਆ ਗਏ ਜਿਹੜੇ ਸੱਟਾਂ ਲਵਾ ਕੇ ਆਏ ਨੇ ਵਿਚਾਰੇ। ਤੇ ਕੋਈ ਇਹ ਥੋੜ੍ਹੀ ਆ ਵੀ ਆਪਾਂ ਨਸ਼ਾ ਖਾ ਲਿਆ ਜਾਂ ਮੋਟਰਸਾਈਕਲ 'ਤੇ ਚੜ੍ਹ ਗਏ, ਅਤੇ ਇਹ ਤਿਉਹਾਰ ਮਨਾਉਣ ਦਾ ਤਰੀਕਾ ਨਹੀਂ ਹੈ ਜੀ, ਇਹ ਗਲਤ ਹੈ। ਬਿਲਕੁਲ ਜੀ, ਉਹ ਚਮੜੀ ਦੀਆਂ ਬਿਮਾਰੀਆਂ ਹੋਣਗੀਆਂ। ਇਹ ਤਾਂ ਫੁੱਲਾਂ ਦੀ ਕੋਈ ਹੋਏ ਹੈ ਨਾ ਜੀ, ਰੰਗ ਇਸ ਤਰ੍ਹਾਂ ਨੈਚੁਰਲ ਤੌਰ 'ਤੇ ਕੋਈ ਰੰਗ ਹੋਣ ਜਿਹੜੇ ਆਪਾਂ ਵਰਤ ਸਕੀਏ। ਆਪਾਂ ਅੱਜ ਕੱਲ੍ਹ ਜਿਹੜੇ ਹੁਣ ਕੋਈ ਗੁਲਾਬ ਦੇ ਫੁੱਲ ਨੇ ਜਾਂ ਕੋਈ ਗੇਂਦੇ ਦੇ ਫੁੱਲਾਂ ਨਾਲ ਹੋਲੀ ਖੇਡੀ ਜਾ ਸਕਦੀ ਹੈ। ਇਹ ਕੈਮੀਕਲ ਜਿਹੜਾ ਉਹ ਚਮੜੀ ਨੂੰ ਖਰਾਬ ਕਰ ਦੇਗਾ, ਸਕਿਨ ਵਾਸਤੇ ਘਾਤਕ ਹੈ ਇਹ। ਮਾਂ ਪਿਓ ਦੀਆਂ ਇਹਦੇ 'ਚ ਕੀ ਜ਼ਿੰਮੇਵਾਰੀਆਂ ਵੀ ਕਿਉਂ ਬੱਚੇ ਇੱਧਰ ਨੂੰ ਚਲੇ ਜਾਂਦੇ? ਖੁਸ਼ੀ ਦੇ ਨਾਲ ਨਾਲ ਖੁਸ਼ੀ ਮਨਾਉਣੀ ਚਾਹੀਦੀ ਹੈ, ਪਰ ਉਹਦੇ ਤਰੀਕੇ ਮਾਂ ਪਿਓ ਕਿਉਂ ਨਹੀਂ ਰੋਕ ਸਕਦੇ?
ਦੇਖੋ ਜੀ, ਜਿਹੜਾ 12-13 ਸਾਲ ਦਾ ਬੱਚਾ ਉਹ ਤਾਂ ਮੰਨ ਲੈਂਦਾ ਗੱਲ, ਜਿਵੇਂ ਹੁਣ 16-17 ਸਾਲ ਦੇ ਬੱਚੇ ਹੋ ਗਏ, ਉਹਨਾਂ ਨੂੰ ਇੱਕ ਨਵੀਂ ਟੀਨੇਜ ਤੋਂ ਉੱਪਰ ਟੱਪ ਗਏ, ਉਹ ਥੋੜ੍ਹੀ ਜਿਹੀ ਆਪਦੇ ਆਪ ਨੂੰ ਸਮਝਦੇ ਵੀ ਅਸੀਂ ਹੁਣ ਫਰੀडम ਹੋ ਗਏ, ਆਜ਼ਾਦ ਹੋ ਗਏ, ਤਾਂ ਉਹ ਆਪਦੀ ਸੋਚ ਮੁਤਾਬਕ ਚੱਲਦੇ ਆ। ਅਤੇ ਜਿਹੋ ਜਿਹਾ ਇੱਥੋਂ ਦਾ ਮਾਹੌਲ ਦਿਸਦਾ ਉਹਨਾਂ ਨੂੰ, ਬੱਚਿਆਂ ਨੂੰ, ਉਹ ਉਸ ਤਰੀਕੇ ਨਾਲ ਉਹ ਬਿਹੇਵ ਕਰਦੇ ਆ। ਹੋਲੀ ਅੱਗੇ ਬਹੁਤ ਜ਼ੋਰ ਸ਼ੋਰ ਨਾਲ ਮਨਾਈ ਜਾਂਦੀ ਸੀ, ਇਸ ਵਾਰ ਉਹਦੀ ਜਿਹੜਾ ਰੰਗ ਆ ਉਹ ਫਿੱਕਾ ਲੱਗਦਾ, ਉਹਦੇ ਕੀ ਕਾਰਨ ਮੰਨਦੇ ਹੋ? ਬਿਲਕੁਲ ਜੀ, ਇੱਕ ਤਾਂ ਦੇਖੋ ਜਿਹੜੀ ਨਵੀਂ ਜਨਰੇਸ਼ਨ ਸੀ ਇਹਨੇ ਹੋਲੀ ਮਨਾਉਣੀ ਹੈ, ਉਮੰਗ ਤਰੰਗ ਨੌਜਵਾਨ ਦੇ ਵਿੱਚ ਹੁੰਦੀ ਹੈ। ਨੌਜਵਾਨ ਵਿਦੇਸ਼ਾਂ ਨੂੰ ਭੱਜੇ ਜਾਂਦੇ ਆ ਆਪਦੇ ਰੋਟੀ ਰੋਜੀ ਦੇ ਸਾਧਨ ਵਾਸਤੇ, ਇੱਥੇ ਰਹਿ ਕੌਣ ਗਿਆ? ਹੁਣ ਸਾਡੇ ਵਰਗੇ 45 ਸਾਲ ਦੇ ਬਜ਼ੁਰਗ ਨੇ ਅਤੇ ਜਾਂ ਬਿਲਕੁਲ ਛੋਟੇ ਬੱਚੇ ਰਹਿ ਗਏ। ਤਾਂ ਉਹੀ ਗੱਲ ਵੀ ਜੇ ਨੌਜਵਾਨ ਹੋਣਗੇ ਤਾਂ ਕੋਈ ਤਿਉਹਾਰ ਹੈ, ਇਸੇ ਨਾਲ ਹੀ ਸਾਰਾ ਦੇਸ਼ ਹੈ। ਇੱਕ ਸਰਕਾਰ ਬਦਲੀ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਕਿੰਨੀਆਂ ਕੁ ਉਮੀਦਾਂ ਨੇ ਵੀ ਜਿਹੜੀਆਂ ਲੋਕਾਂ ਨੇ ਬੜਾ ਵੱਡਾ ਬਹੁਮਤ ਦੇ ਕੇ ਉਹਨੂੰ ਚੁਣਿਆ? ਹਾਂਜੀ, ਲੋਕਾਂ ਦੀਆਂ ਉਮੀਦਾਂ ਤੇ ਉਮੀਦ ਹੈ ਵੀ ਖਰੇ ਉਤਰ ਸਕਦੇ ਆ? ਬਹੁਤ ਵੱਡਾ ਇਹ ਗੁੰਝਲਦਾਰ ਕੰਮ ਹੈ ਜੀ। ਕੋਈ ਆਪਾਂ ਕਹੀਏ ਵੀ ਸਰਕਾਰਾਂ ਬਦਲਣ ਨਾਲ ਨਹੀਂ ਕੁਛ ਹੋ ਸਕਦਾ, ਸਿਸਟਮ ਬਦਲਣੇ ਪੈਣੇ ਆ। ਸਾਨੂੰ ਸਿਹਤ ਸਹੂਲਤਾਂ ਦੀ ਵੀ ਲੋੜ ਹੈ, ਸਭ ਤੋਂ ਪਹਿਲਾਂ ਨੰਬਰ 1 ਇਹ ਵੀ ਸਿਹਤ ਸਹੂਲਤ। ਦੂਜੇ ਨੰਬਰ 'ਤੇ ਰੋਜ਼ਗਾਰ ਦੀ ਬੜੀ ਵੱਡੀ ਲੋੜ ਹੈ ਵੀ ਅਸੀਂ ਕਿਉਂ ਵਿਦੇਸ਼ਾਂ ਨੂੰ ਭੱਜੇ ਜਾਈਏ? ਜੇ ਸਾਨੂੰ ਇੱਥੇ ਰੋਜ਼ਗਾਰ ਮਿਲਦਾ ਹੋਏ, ਸਾਨੂੰ ਬਾਹਰ ਭੱਜਣ ਦੀ ਲੋੜ ਹੀ ਨਾ ਪਏ। 15-15, 20-20 ਲੱਖ ਲਾ ਕੇ ਅਸੀਂ ਬਾਹਰ ਨੂੰ ਭੱਜੇ ਜਾਂਦੇ ਹਾਂ, ਉਹ ਸਾਡੇ ਪੰਜਾਬ ਦਾ ਹੀ ਨੁਕਸਾਨ ਹੋ ਰਿਹਾ। ਅਤੇ ਜਿਹੜਾ ਕਿਸੇ ਕੋਲ ਘਰ-ਬਾਰ ਵੀ ਹੈ ਨਹੀਂ, ਰੋਜ਼ਗਾਰ ਵੀ ਇੱਥੇ ਸਾਰੇ ਖਤਮ ਹੈ। ਤੁਸੀਂ ਦੇਖੋ ਵੀ ਆਹ ਰੌਣਕ ਹੁਣ ਇੱਥੇ ਜਿਹੜੀ ਬਾਜ਼ਾਰਾਂ 'ਚ ਕੋਈ ਹੈ ਨਹੀਂ, ਜਾਂ ਕੋਈ ਵੀ ਤਿਉਹਾਰ ਇਸੇ ਕਰਕੇ ਪੂਰਾ ਨਹੀਂ ਮਨਾਇਆ ਜਾ ਰਿਹਾ ਵੀ ਲੋਕਾਂ ਕੋਲ ਪੈਸਾ ਵੀ ਹੈ ਨਹੀਂ, ਕੋਈ ਨਾ ਕੋਈ ਬਿਜ਼ਨਸ ਹੈ। ਮੁਲਾਜ਼ਮ ਨੇ ਵਰਗ ਨੇ ਚਲੋ ਮਨਾਉਣਾ ਹੀ ਕੀ, ਉਹ ਵਿਚਾਰੇ ਫਸੇ ਰਹਿੰਦੇ ਆ। ਅਤੇ ਜਿਹੜਾ ਆਮ ਦੁਕਾਨਦਾਰ ਨੇ ਜਾਂ ਕੋਈ ਵੱਡੇ ਕੋਈ ਥੋੜ੍ਹੇ ਬਹੁਤ ਬਿਜ਼ਨਸਮੈਨ ਨੇ, ਉਹਨਾਂ ਕੋਲ ਪੈਸਾ ਹੀ ਹੈ ਨਹੀਂ। ਤਿਉਹਾਰ ਦੇ ਜਿਹੜੇ ਰੰਗ ਆ ਉਹ ਫਿੱਕੇ ਪੈ ਗਏ ਇਸ ਕਰਕੇ। ਜਿਹੜਾ ਜਦੋਂ ਸੱਤਾ 'ਚ ਕੋਈ ਨਹੀਂ ਹੁੰਦਾ, ਜਿਵੇਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਉਦੋਂ ਮੰਗਾਂ ਲੋਕਾਂ ਦੀਆਂ ਬੜੀਆਂ ਜ਼ੋਰ ਸ਼ੋਰ ਨਾਲ ਉਠਾਈਆਂ ਜਾਂਦੀਆਂ। ਜਦੋਂ ਕੁਰਸੀ ਤੇ ਬਹਿ ਜਾਂਦਾ ਉਦੋਂ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ। ਲੱਗਦਾ ਵੀ ਇਸ ਜਿਹੜਾ ਕੁਰਸੀ ਤੇ ਬੈਠਣ ਦਾ ਤੇ ਪਾਸੇ ਹੋ ਕੇ ਬੋਲਣ 'ਚ ਬਹੁਤ ਅੰਤਰ ਹੈ। ਬਿਲਕੁਲ ਫਰਕ ਹੈ ਜੀ। ਸਿਸਟਮ ਨੂੰ ਸਮਝਣਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਜੀ। ਅਤੇ ਜਿਹੜੀ ਕਮਾਨ ਹੁੰਦੀ ਹੈ ਘਰ ਦੇ ਮੁਖੀ 'ਤੇ ਹੁੰਦੀ ਹੈ। ਜੇ ਘਰ ਦਾ ਮੁਖੀ ਸਿਆਣਾ ਹੈ, ਜੇ ਇਮਾਨਦਾਰ ਹੈ, ਤਾਂ ਸਿਸਟਮ ਸਾਰਾ ਇਮਾਨਦਾਰੀ ਨਾਲ ਚੱਲੇਗਾ। ਇੱਕ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ MLA ਆਮ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਆਮ ਘਰਾਂ ਤੋਂ ਇਹ ਸਾਰੀਆਂ ਪਾਰਟੀਆਂ 'ਚ ਹੋਣੇ ਚਾਹੀਦੇ ਆ। ਪਰ ਜਦੋਂ ਮਨਪ੍ਰੀਤ ਸਿੰਘ ਬਾਦਲ ਮੰਤਰੀ ਬਣੇ ਸੀ ਤੇ ਉਹਨਾਂ ਨੇ ਇੱਕ ਟ੍ਰੈਫਿਕ ਮੁਲਾਜ਼ਮ ਨੂੰ ਫੜਿਆ ਸੀ। ਹਾਂਜੀ ਜੀ, ਮੇਰਾ ਮਤਲਬ ਇਹ ਹੈ ਵੀ ਜਦੋਂ ਕਮਾਨ ਸੰਭਾਲਦੇ ਆ ਉਦੋਂ ਐਕਸ਼ਨ ਨਜ਼ਰ ਆਉਂਦਾ, ਬਾਅਦ 'ਚ ਨਹੀਂ ਨਜ਼ਰ ਆਉਂਦਾ। ਹਾਂਜੀ, ਲੱਗਦਾ ਵੀ ਜਿਹੜੇ ਆਮ ਆਦਮੀ ਪਾਰਟੀ ਦੇ MLA ਜਿਹੜੇ ਹੁਣ ਐਕਸ਼ਨ 'ਚ ਨੇ, ਵੱਖ-ਵੱਖ ਜਗ੍ਹਾ ਜਾਂਦੇ, ਇਹ ਸਦਾ ਬਰਕਰਾਰ ਰਹਿ ਸਕਦੇ ਆ? ਇਹ ਬਹੁਤ ਵੱਡਾ ਕੰਮ ਹੈ ਜੀ। ਇਹ ਕੋਈ ਐਡੀ ਇੱਕਦਮ ਆਪਾਂ ਕਹੀ ਵੀ ਇੱਕਦਮ ਸੁਧਾਰ ਹੋ ਜੂ, ਸੁਧਾਰ ਹੋਣ ਵਾਲਾ ਸਿਸਟਮ ਬਹੁਤ ਔਖਾ ਲੱਗਦਾ। ਜਿਵੇਂ ਹੁਣ ਆਪਣੇ ਘਰ ਤੋਂ ਹੀ ਸ਼ੁਰੂ ਕਰੀਏ ਵੀ ਮੰਨ ਲਓ ਸਰਕਾਰੀ ਹਸਪਤਾਲ ਹੈ, ਉਹ CMO ਦੇ ਅੰਡਰ ਆਉਂਦਾ। ਇਹ ਆਮ ਆਦਮੀ ਪਾਰਟੀ ਵਾਲੇ ਜੇ ਮਾਰੀ ਜਾਣਗੇ ਛਾਪੇ, ਕੀ ਪਤਾ ਉਹਨਾਂ ਨੂੰ ਦਵਾਈਆਂ ਕਿੱਥੋਂ ਪੂਰੀਆਂ ਹੋਣੀਆਂ ਨੇ, ਟੈਸਟ ਕਿੱਥੋਂ ਪੂਰੇ ਹੋਣੇ ਆ, ਸਾਰਾ ਸਟਾਫ ਕਿਵੇਂ ਪੂਰਾ ਕਰਨਾ। ਹਾਂਜੀ, ਉਹ ਤਾਂ CMO ਹੀ ਕਰ ਸਕਦਾ ਜੇ ਉਹ ਚਾਹੇ ਤਾਂ। ਇਸ ਤਰ੍ਹਾਂ ਹੀ DC ਸਾਹਿਬ ਨੇ, ਜੇ ਇੱਥੇ ਪ੍ਰਬੰਧ ਠੀਕ ਕਰਨੇ ਨੇ, ਟ੍ਰੈਫਿਕ ਕਿਵੇਂ ਚੱਲਣੀ ਹੈ, ਕੋਈ ਰੈਗੂਲੇਸ਼ਨ ਬਣਾਉਣੇ ਆ। ਜਿਹੜੇ ਪ੍ਰਾਈਵੇਟ ਸਕੂਲ ਜਿਵੇਂ ਲੁੱਟ ਕਰੀ ਜਾਂਦੇ ਨੇ, ਇਹ ਲੁੱਟ ਨੂੰ ਕਿਵੇਂ ਕੰਟਰੋਲ ਕਰਨਾ ਹੈ ਵੀ ਬੱਚੇ ਆਮ ਪੜ੍ਹ ਜਾਣ, ਤਾਂ ਉਹ DC ਸਾਹਿਬ ਦੇ ਹੱਥ ਹੀ। ਪੜ੍ਹੇ ਲਿਖੇ ਨੇ, ਨਾਲ ਸਿਆਣੇ ਬੰਦੇ ਸਾਰੇ ਜੀ। ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਆ, ਅਸਲ ਵਿੱਚ ਜਿਹੜੀ ਐਜੂਕੇਸ਼ਨ ਦੀ ਪਰਿਭਾਸ਼ਾ ਕੀ ਆ? ਐਜੂਕੇਸ਼ਨ ਤਾਂ ਸਮਾਜ ਤਾਂ ਹੁਣ BA MA ਬਹੁਤ ਲੋਕ ਪੜ੍ਹ ਗਏ, ਵਕੀਲ ਬਣ ਗਏ, ਸਾਡੇ ਡਾਕਟਰ ਬਣ ਗਏ। ਸਾਡੇ ਹਿੰਦੂ ਭਰਾ, ਸਿੱਖ ਭਰਾ ਵੀ ਹੁਣ ਦੇਖੋ ਵੀ ਅਸੀਂ ਟੰਗੇ ਦਾੜ੍ਹੀਆਂ ਵਾਲੇ ਸਰਦਾਰ ਨੇ ਸਾਡੇ, ਅਤੇ ਉਹ ਜਿਹੜੇ ਜੰਡ ਨੇ ਉਹਨਾਂ 'ਤੇ ਮੌਲੀਆਂ ਬੰਨ੍ਹੀ ਜਾਂਦੇ ਆ, ਜਾਂ ਦਰਖਤ ਦੀ ਜੜ੍ਹਾਂ 'ਚ ਤੇਲ ਪਾਈ ਜਾਂਦੇ ਆ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕਿਹਾ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਉਹ ਸਾਰੀਆਂ ਗੱਲਾਂ ਹੀ ਭੁੱਲ ਗਏ ਸੀ। ਜੇ ਦਰਖਤ ਨੂੰ ਤਾਂ ਪਾਣੀ ਦੀ ਲੋੜ ਹੈ, ਤੇਲ ਤਾਂ ਜੜ੍ਹਾਂ 'ਚ ਪਾਤਾ ਤੁਸੀਂ, ਜੜ੍ਹਾਂ ਤਾਂ ਖਤਮ ਹੋ ਜਾਣੀਆਂ, ਤੇਲ ਦਰਖਤ ਸੁੱਕ ਜੂਗਾ ਜੀ। ਅਤੇ ਜਿਹੜੀ ਦਰਖਤ ਦੀ ਖੁਰਾਕ ਹੈ ਉਹ ਪਾਣੀ ਹੈ, ਤੇਲ ਨਹੀਂ। ਤਾਂ ਅਸੀਂ ਪੜ੍ਹੇ ਲਿਖੇ ਵੀ ਅਨਪੜ੍ਹ ਹੋਈ ਜਾਂਦੇ। ਦੱਸੋ, ਇੱਕ ਦੂਜੇ ਨੂੰ ਦੇਖਾ ਦੇਖੀ ਭੇਡ ਚਾਲ ਦੇ ਵਿੱਚ ਪੈ ਗਏ। ਅਸੀਂ ਇਸ ਗੱਲੋਂ ਤਾਂ ਬਹੁਤ ਥੱਲੇ ਚਲੇ ਗਏ ਜੀ। ਮੈਂ ਦੇਖਿਆ ਕਿ ਪਿੰਡਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਨਾਲ, ਸਿੱਖਾਂ 'ਚ ਖਾਸ ਕਰ, ਦੇਖੋ ਹਰ ਬੰਦੇ ਨੂੰ ਆਪਣੀ ਆਜ਼ਾਦੀ ਜਿਹੜੇ ਮਰਜ਼ੀ ਤਰੀਕੇ ਨਾਲ ਧਰਮ ਨੂੰ ਮੰਨਿਆ। ਹਾਂਜੀ, ਪਰ ਸਿੱਖਾਂ 'ਚ ਜਿਹੜੀ ਆਜ਼ਾਦੀ ਆ ਉਹ ਸ਼ਰਾਧ ਮੰਨੇ ਜਾਂਦੇ ਆ, ਲੱਸੀਆਂ ਮਿੱਟੀ ਜਾਂਦੀਆਂ। ਮਤਲਬ ਮੈਂ ਦੇਖਿਆ ਬਹੁਤ ਸਾਰੀਆਂ ਪਿੰਡਾਂ 'ਚ। ਹਾਂਜੀ, ਇਹਦੇ ਤੋਂ ਬਚਣ ਦੀ ਲੋੜ ਹੈ, ਕਿਵੇਂ ਰੋਕਿਆ ਜਾ ਸਕਦਾ? ਗੁਰਬਾਣੀ ਸਾਨੂੰ ਬਹੁਤ ਵੱਡੀ ਸੇਧ ਦਿੰਦੀ ਹੈ। ਗੁਰੂ ਗੋਬਿੰਦ ਪਾਤਸ਼ਾਹ ਨੇ, ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸਮਤ ਬਖਸ਼ੀ ਹੈ। ਜੇ ਪੜ੍ਹੀਏ ਤਾਂ ਅਮਲ ਵੀ ਤਾਂ ਕਰੀਏ ਨਾ ਜੀ। ਗੁਰੂ ਸਾਹਿਬ ਨੇ ਤਾਂ ਕਿਹਾ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਪਵਨ ਹੈ ਜਿਹੜੀ ਸਾਡੀ ਹਵਾ ਹੈ, ਪਵਨ ਨੂੰ ਗੁਰੂ ਕਿਹਾ ਗਿਆ। ਪਾਣੀ ਸਾਡਾ ਪਿਤਾ ਹੈ ਕਿ ਉਹ ਸਾਨੂੰ ਜੀਵਨ ਦਾਨ ਦੇ ਰਿਹਾ। ਧਰਤੀ ਸਾਡੀ ਮਾਂ ਹੈ, ਉੱਥੋਂ ਸਾਨੂੰ ਖੁਰਾਕ ਮਿਲਦੀ ਹੈ। ਤਾਂ ਸਾਰੀਆਂ ਇਸ ਗੱਲਾਂ ਦੇ ਉਲਟ ਚੱਲ ਗਏ, ਆਪਦੇ ਜਿਹਨੇ ਸਾਰਾ ਪਖੰਡਾਂ ਦੇ ਵਿੱਚ ਪੈ ਗਏ ਸਾਰੇ।
ਸਮੇਂ 'ਚ ਸਿੱਖੀ ਸਿਧਾਂਤਾਂ ਤੇ ਚੱਲਣ ਲਈ ਸੰਸਥਾਵਾਂ ਨੂੰ ਕੀ ਉਪਰਾਲੇ ਕਰਨੇ ਚਾਹੀਦੇ ਜਿਹੜੀਆਂ ਸਿੱਖ ਸੰਸਥਾਵਾਂ? ਸਾਡੀ ਸਿੱਖ ਮੌਰ ਸੰਸਥਾ ਤਾਂ ਹੈਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰ ਅਸੀਂ ਇਹ 'ਚ ਬਹੁਤ ਜ਼ਿਆਦਾ ਗ੍ਰਸਤ ਹੋ ਗਏ, ਆਪਦੇ ਭਾਈ ਭਤੀਜਾਵਾਦ 'ਚ ਜਿਵੇਂ ਪੈ ਗਏ ਨਾ ਜੀ, ਤਾਂ ਉਹ ਸਾਰਾ ਸਿਸਟਮ ਖਰਾਬ ਕਰਤਾ। ਅਸੀਂ ਐਜੂਕੇਸ਼ਨ ਦੇਣੀ ਸੀ, ਲੋਕਾਂ ਨੂੰ ਸਮਝਾਉਣਾ ਸੀ ਵੀ ਨਹੀਂ ਯਾਰ ਆਹ ਗੁਰਦੁਆਰਿਆਂ ਤੋਂ ਸ਼ੁਰੂ ਹੁੰਦੀ ਹੈ ਜਾਂ ਆਪਦੇ ਘਰਾਂ ਤੋਂ ਹੁੰਦੀ ਹੈ, ਤਾਂ ਅਸੀਂ ਆਪਦੇ ਘਰਾਂ 'ਚ ਵੀ ਕੁਝ ਬੱਚਿਆਂ ਨੂੰ ਸਿਖਾ ਨਹੀਂ ਪਾਏ ਤੇ ਗੁਰਦੁਆਰੇ ਸਾਡੇ ਇਕੱਲੇ ਰਹਿ ਗਏ ਵੀ ਫਾਰਮੈਲਟੀਆਂ ਪੂਰੀਆਂ ਕਰਨ ਵਾਸਤੇ। ਕਿਤੇ ਮਰਗਾਂ ਦੇ ਭੋਗ ਪਈ ਜਾਂਦੇ ਆ, ਕਿਤੇ ਕੋਈ ਵਿਆਹ ਸ਼ਾਦੀਆਂ ਦੇ ਵਾਲੇ ਮੈਰਿਜ ਪੈਲਸਾਂ ਨੂੰ ਗੁਰਦੁਆਰੇ ਵਰਤੇ ਜਾਂਦੇ ਆ, ਤਾਂ ਉਹ ਕਿਤੇ ਨਾ ਕਿਤੇ ਇਹ ਸਾਡੇ 'ਚ ਘਾਟ ਆ ਗਈ। ਸਾਡਾ ਸਮਾਜ ਵੀ ਗੰਧਲਾ ਹੋ ਗਿਆ, ਧਾਰਮਿਕ ਸੰਸਥਾਵਾਂ ਵੀ ਪਿੱਛੇ ਚਲੀਆਂ ਗਈਆਂ। ਹੁਣ ਗੁਰੂ ਘਰਾਂ 'ਚ ਜਿਹੜੀ ਮਰਜ਼ਾਦਾ ਉਹ ਵੀ ਪ੍ਰੋਪਰ ਨਹੀਂ, ਜਿਵੇਂ ਤੁਸੀਂ ਮੈਰਿਜ ਪੈਲੇਸ ਬਣਨ ਦੀ ਗੱਲ ਆ, ਜਦੋਂ ਮੈਰਿਜ ਕਰਦੇ ਆ ਗੁਰੂ ਘਰਾਂ 'ਚ ਹਾਂਜੀ ਤਾਂ ਫਿਰ ਵੱਖ-ਵੱਖ ਦੀਆਂ ਕਈ ਦਾਰੂ ਪੀਣ ਵਾਲੇ ਵੀ ਹੁੰਦੇ ਆ, ਕਈ ਬੀੜੀ ਪੀਣ ਵਾਲੇ ਵੀ ਹੁੰਦੇ ਆ, ਹਾਂਜੀ। ਇਹਨਾਂ 'ਤੇ ਵੀ ਰੋਕ ਲੱਗਣੀ ਚਾਹੀਦੀ ਆ। ਬਿਲਕੁਲ ਜੀ, ਮੈਂ ਪਿਛਲੇ ਦਿਨ ਇੱਥੇ ਰਿਹਾ ਗੁਰਦੁਆਰਾ ਜੀਵਨ ਪ੍ਰਕਾਸ਼ ਮਾਲ ਟਾਊਨ ਵਿੱਚ 2 ਸਾਲ ਮੈਂ ਪ੍ਰਬੰਧਕ ਕਮੇਟੀ 'ਚ ਰਿਹਾ ਜੀ। ਉੱਥੇ ਸਾਡਾ ਮਸਲਾ ਹੀ ਸਿਰਫ ਇਹ ਉੱਠਦਾ ਸੀ ਯਾਰ ਵੀ ਗੁਰਦੁਆਰੇ ਨੂੰ ਮੈਰਿਜ ਪੈਲਸ ਨਾ ਬਣਾਓ, ਆਨੰਦ ਕਾਰਜ ਤਾਂ ਹਰ ਕਿਤੇ ਹੋਣੇ ਹੀ ਹੋਣੇ ਆ, ਤਾਂ ਜਿਹੜਾ ਤੁਸੀਂ ਵਿਖਾਵਾ ਕਰਨਾ ਉਹ ਆਪਦਾ ਪੈਸਾ ਜਾ ਕੇ ਵਿਖਾ ਲਓ। ਵੀ ਤੁਸੀਂ ਇੱਥੇ ਜੇ ਸ਼ਰਾਬ ਪੀਂਦੇ ਹੋ ਜਾਂ ਬੀੜੀਆਂ ਜਰਦੇ ਵਾਲੇ ਬੰਦੇ ਇੱਥੇ ਆਉਣਗੇ ਤਾਂ ਇਹ ਤੁਹਾਡਾ ਤੁਸੀਂ ਸਮਝੋ ਵੀ ਸਿੱਖ ਕੌਮ ਲਈ ਬਹੁਤ ਵੱਡਾ ਨੁਕਸਾਨ ਕਰ ਰਹੇ ਹੋ। ਆਪਦਾ ਤੁਸੀਂ ਹੋ ਸਕਦਾ ਵੀ ਮੈਰਿਜ ਪੈਲਸ ਦਾ 2 ਲੱਖ ਦਾ ਖਰਚਾ ਬਚਾ ਲਿਆ, ਤੁਸੀਂ ਕਰੋਕਰੀ ਵਾਲੇ ਬੰਦੇ ਬੁਲਾਏ, 100 ਬੰਦਾ ਵੇਟਰ ਵਗਾ ਲਿਆ ਜਿਹੜਾ ਵਿਚਾਰਾ ਬੀੜੀਆਂ ਜਰਦਾ ਖਾਣ ਨਾਲ ਪਤਾ ਹੀ ਨਹੀਂ ਉਹਨੂੰ ਸਾਡੀ ਮਰਿਆਦਾ ਕੀ ਹੈ, ਤਾਂ ਅਸੀਂ ਇਹ ਸਿੱਖੀ ਦਾ ਘਾਣ ਕਰੀ ਜਾਂਦੇ, ਨੁਕਸਾਨ ਕਰੀ ਜਾਂਦੇ। ਤਾਂ ਚਾਹੀਦਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਉੱਠ ਕੇ ਅੱਗੇ ਆਉਣ ਵੀ ਅਸੀਂ ਕੋਈ ਸੇਧ ਦੇ ਸਕੀਏ। ਗੁਰਦੁਆਰੇ ਸਾਡੇ ਗਿਆਨ ਦਾ ਕੇਂਦਰ ਸੀਗੇ, ਜਿੱਥੇ ਕਿਸੇ ਨਿਸ਼ਾਨ ਸਾਹਿਬ ਲੱਗਿਆ ਉਹ ਇਸ ਗੱਲ ਦਾ ਪ੍ਰਤੀਕ ਹੈ ਵੀ ਭੁੱਖੇ ਨੂੰ ਰੋਟੀ ਮਿਲੇ, ਥਾਵੇਂ ਨੂੰ ਥਾਂ ਮਿਲੇ। ਕਿਸੇ ਨੇ ਰਾਤ ਹਨੇਰੇ ਸਵੇਰੇ ਆ ਗਿਆ ਉਹਨੂੰ ਰਾਤ ਕੱਟਣ ਨੂੰ ਮਿਲ ਜੇ, ਰਹਿਣ ਨੂੰ ਥਾਂ ਮਿਲ ਜੇ, ਰੋਟੀ ਪਾਣੀ ਮਿਲ ਜੇ, ਇਹਦੇ ਵਾਸਤੇ ਸੀ। ਅਤੇ ਗਿਆਨ ਦਾ ਉਹ ਸਾਗਰ ਹੋਏ ਵੀ ਸਾਨੂੰ ਸੇਧ ਮਿਲੇ ਕੋਈ ਇੱਥੋਂ ਗੁਰੂ ਸਾਹਿਬ ਦੇ, ਅਤੇ ਸਾਡਾ ਹੁਣ ਸਿਸਟਮ ਸਾਰਾ ਕਰਪਟ ਹੀ ਹੋ ਗਿਆ ਸਾਰਾ ਸਿਸਟਮ ਹੀ।